ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਫ਼ਰ ਸਾਂਝ ਤੇ ਆਪਾਂ ਗੱਲ ਕਰ ਰਹੇ ਹਾਂ ਆਪਣੇ ਨਜ਼ਰੀਏ ਦੀ, ਜ਼ਿੰਦਗੀ ਦੇ ਨਜ਼ਰੀਏ ਦੀ। ਇਹ ਸਾਡਾ ਨਜ਼ਰੀਆ ਬੜੀ ਹੀ ਅਜਬ ਜਿਹੀ ਸ਼ੈ ਹੈ। ਇਹ ਤੁਹਾਨੂੰ ਅੰਬਰਾਂ 'ਤੇ ਵੀ ਉਡਾ ਸਕਦਾ ਹੈ ਤੇ ਟੀਸੀ ਤੋਂ ਥੱਲੇ ਲਾ ਵੀ ਸਕਦਾ ਹੈ। ਪੌਣਾਂ ਦੀ ਪੀਂਘ ਚੜਾਵਾਂ ਅੰਬਰਾਂ ਨੂੰ ਪੌੜੀ ਲਾਵਾਂ। ਇਹ ਮਨ ਦੀ ਅਵਸਥਾ ਨੂੰ ਜ਼ਾਹਰ ਕਰਦੀਆਂ ਸਤਰਾਂ ਨੇ। ਇੱਥੇ ਮਨ ਪੌਣਾ ਸੰਗ ਉੱਡਣਾ ਲੋਚਦਾ ਹੈ, ਪੌਣਾਂ ਦੀ ਪੀਂਘ ਚੜਾਉਂਦਾ ਹੈ। ਇਹ ਸੋਚ ਉਡਾਰੀ ਹੈ, ਸੋਚਾਂ ਦੀ ਉੱਚੀ ਉਡਾਣ। ਆਸ਼ਾਵਾਦੀ ਮਨ ਜਦ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਤਾਂ ਫਿਰ ਇਹ ਕਿਤੇ ਵੀ ਉੱਡ ਸਕਦਾ ਹੈ, ਅੰਬਰਾਂ ਵਿੱਚ ਤਾਰੀਆਂ ਲਾਉਂਦਾ ਹੈ, ਆਸਾਂ ਦੀਆਂ ਤੰਦਾਂ ਵੱਟ ਅੰਬਰੀ ਪੀਂਘ ਵੀ ਚੜਾ ਲੈਂਦਾ ਹੈ। ਕੌਣ ਕਹਿੰਦਾ ਹੈ ਕਿ ਅੰਬਰ ਵਿੱਚ ਸੁਰਾਖ ਨਹੀਂ ਹੋ ਸਕਦਾ ਹੈ? ਕੌਣ ਕਹਿੰਦਾ ਹੈ ਕਿ ਅੰਬਰ ਵਿੱਚ ਸੁਰਾਖ ਨਹੀਂ ਹੋ ਸਕਦਾ ਹੈ? ਜ਼ਰਾ ਹਿੰਮਤ ਨਾਲ ਪੱਥਰ ਤਾਂ ਉਛਾਲੋ ਯਾਰੋ। ਇੰਗਲੈਂਡ ਦੇ ਪ੍ਰਧਾਨ ਮੰਤਰੀ ਚਰਚਿਲ ਦੇ ਇੱਕ ਪ੍ਰਸਿੱਧ ਕਥਨ ਅਨੁਸਾਰ, ਨਕਾਰਾਤਮਕ ਸੋਚ ਵਾਲਾ ਵਿਅਕਤੀ ਹਰ ਮੌਕੇ ਵਿੱਚ ਮੁਸ਼ਕਲ ਦੇਖਦਾ ਹੈ ਤੇ ਆਸ਼ਾਵਾਦੀ ਜਾਂ ਸਕਾਰਾਤਮਕ ਵਿਅਕਤੀ ਹਰ ਅਖਿਆਈ ਵਿੱਚ ਮੌਕਾ ਵੇਖ ਲੈਂਦਾ ਹੈ, ਕੁਝ ਨਾ ਕੁਝ ਕਰ ਗੁਜ਼ਰਦਾ ਹੈ ਤੇ ਕੁਝ ਨਾ ਕੁਝ ਨਵਾਂ ਸਿੱਖਦਾ ਹੈ। ਇੱਥੇ ਮੈਂ ਆਪ ਜੀ ਨੂੰ ਇੱਕ ਉਦਾਹਰਣ ਦੇਣੀ ਚਾਹਾਂਗੀ। ਇੱਕ ਅਧਿਆਪਕ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਕੁਝ ਨਾ ਕੁਝ ਨਵਾਂ ਸਿਖਾਉਂਦਾ ਸੀ। ਇੱਕ ਦਿਨ ਉਹਨਾਂ ਜਮਾਤ ਵਿੱਚ ਵੜਦਿਆਂ ਹੀ ਕਿਹਾ ਕਿ ਅੱਜ ਮੈਂ ਤੁਹਾਡੀ ਸਾਰਿਆਂ ਦੀ ਪ੍ਰੀਖਿਆ ਲਵਾਂਗਾ। ਸਾਰੇ ਵਿਦਿਆਰਥੀ ਡਰ ਗਏ। ਆਪਨੇ ਸਾਰੇ ਵਿਦਿਆਰਥੀਆਂ ਨੂੰ ਇੱਕ ਇੱਕ ਕਰਕੇ ਪ੍ਰਸ਼ਨ ਪੱਤਰ ਦੇਣਾ ਸ਼ੁਰੂ ਕਰ ਦਿੱਤਾ। ਉਹ ਪ੍ਰਸ਼ਨ ਪੱਤਰ ਨੂੰ ਉਲਟਾ ਕਰਕੇ ਮੇਜ਼ 'ਤੇ ਰੱਖਣ ਲੱਗੇ ਤਾਂ ਕਿ ਕੋਈ ਵੀ ਵਿਦਿਆਰਥੀ ਸਵਾਲ ਨੂੰ ਵੇਖ ਨਾ ਸਕੇ। ਜਦੋਂ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਮਿਲ ਗਿਆ ਤਾਂ ਅਧਿਆਪਕ ਸਾਹਿਬਾਨ ਨੇ ਕਿਹਾ ਕਿ ਹੁਣ ਤੁਸੀਂ ਸਾਰੇ ਆਪਣੀ ਪ੍ਰੀਖਿਆ ਸ਼ੁਰੂ ਕਰ ਸਕਦੇ ਹੋ। ਸਾਰੇ ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ ਦੇ ਸਵਾਲ ਨੂੰ ਵੇਖਣ ਲਈ ਜਦ ਉਸ ਕਾਗਜ਼ ਨੂੰ ਉਲਟਾਇਆ ਤਾਂ ਉਹਨਾਂ ਨੂੰ ਬੜੀ ਹੀ ਹੈਰਾਨੀ ਹੋਈ। ਉਹ ਹੈਰਾਨ ਹੋ ਕੇ ਇੱਕ ਦੂਜੇ ਵੱਲ ਵੇਖਣ ਲੱਗੇ। ਅਧਿਆਪਕ ਸਾਹਿਬਾਨ ਬੋਲੇ, ਕੀ ਹੋਇਆ? ਤੁਸੀਂ ਸਾਰੇ ਇੰਨੇ ਹੈਰਾਨ ਕਿਉਂ ਹੋ? ਇੱਕ ਵਿਦਿਆਰਥੀ ਬੋਲਿਆ, ਇਸ ਵਿੱਚ ਤਾਂ ਕੋਈ ਪ੍ਰਸ਼ਨ ਹੈ ਹੀ ਨਹੀਂ, ਬਸ ਇੱਕ ਸਾਦਾ ਜਿਹਾ ਕਾਗਜ਼ ਹੈ ਤੇ ਵਿਚਕਾਰ ਇੱਕ ਕਾਲਾ ਜਿਹਾ ਬਿੰਦੂ, ਛੋਟਾ ਜਿਹਾ ਕਾਲਾ ਬਿੰਦੂ। ਅਸੀਂ ਕੀ ਜਵਾਬ ਦੇਣਾ ਹੈ? ਤਾਂ ਅਧਿਆਪਕ ਨੇ ਬੜੇ ਹੀ ਠਰਮੇ ਨਾਲ ਬੋਲਦਿਆਂ ਕਿਹਾ, ਇਸ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਜੋ ਵੀ ਆਵੇ ਉਹ ਲਿਖ ਦਿਓ। ਤੁਹਾਡੇ ਕੋਲ ਸਿਰਫ 10 ਮਿੰਟ ਨੇ। ਤੇ ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਲਿਖਣਾ ਸ਼ੁਰੂ ਕਰ ਦਿੱਤਾ। 10 ਮਿੰਟਾਂ ਬਾਅਦ ਸਾਰਿਆਂ ਦੇ ਉੱਤਰ ਨੂੰ ਇਕੱਠੇ ਕੀਤਾ ਗਿਆ ਤੇ ਪੂਰੀ ਜਮਾਤ ਦੇ ਸਾਹਮਣੇ ਇੱਕ ਇੱਕ ਕਰਕੇ ਅਧਿਆਪਕ ਪੜ੍ਹਨ ਲੱਗੇ। ਹਰ ਵਿਦਿਆਰਥੀ ਨੇ ਉਸ ਕਾਲੇ ਬਿੰਦੂ ਦੀ ਵਿਆਖਿਆ ਲਿਖੀ ਸੀ। ਕਿਸੇ ਨੇ ਲਿਖਿਆ ਸੀ ਕਿ ਇੱਕ ਕਾਲੇ ਬਿੰਦੂ ਤੋਂ ਬਿਨਾਂ ਇਸ ਕਾਗਜ਼ 'ਤੇ ਹੋਰ ਕੁਝ ਵੀ ਨਹੀਂ ਸੀ। ਕੋਈ ਕਹਿੰਦਾ ਇਹ ਬਿੰਦੂ ਪਹਿਲਾਂ ਛੋਟਾ ਹੋਵੇਗਾ ਤੇ ਫਿਰ ਇਸ ਨੂੰ ਵੱਡਾ ਬਣਾ ਦਿੱਤਾ ਗਿਆ। ਇੱਕ ਹੋਰ ਕਹਿੰਦਾ ਕਿ ਇਹ ਪਹਿਲਾਂ ਚੌਰਸ ਹੋਵੇਗਾ ਤੇ ਬਾਅਦ ਵਿੱਚ ਇਸ ਨੂੰ ਗੋਲ ਬਣਾ ਦਿੱਤਾ ਗਿਆ। ਤੇ ਇਹੋ ਜਿਹੇ ਕੁਝ ਹੋਰ ਜਵਾਬ ਵੀ ਸਨ। ਹੁਣ ਅਧਿਆਪਕ ਸਾਹਿਬਾਨ ਨੇ ਬੜੇ ਸਹਿਜੇ ਜਿਹੇ ਕਹਿਣਾ ਸ਼ੁਰੂ ਕੀਤਾ, ਜ਼ਰਾ ਸੋਚੋ ਕਿ ਤੁਸੀਂ ਸਾਰਿਆਂ ਨੇ ਆਪਣਾ ਜਵਾਬ ਸਿਰਫ ਕਾਲੇ ਬਿੰਦੂ ਉੱਪਰ ਦਿੱਤਾ ਹੈ। ਕਿਸੇ ਨੇ ਵੀ ਉਸ ਖਾਲੀ ਸਫੈਦ ਹਿੱਸੇ ਬਾਰੇ ਕੁਝ ਨਹੀਂ ਲਿਖਿਆ। ਤੁਹਾਨੂੰ ਇੱਕ ਕਾਗਜ਼ ਦਿਖਾਈ ਦੇ ਰਿਹਾ, ਇੱਕ ਖਾਲੀ ਸਫੈਦ ਕਾਗਜ਼ ਜਿਸ 'ਤੇ ਇੱਕ ਛੋਟਾ ਜਿਹਾ ਕਾਲਾ ਬਿੰਦੂ ਸੀ, ਪਰ ਤੁਹਾਡਾ ਧਿਆਨ ਇਕੱਲਾ ਕਾਲੇ ਬਿੰਦੂ ਵੱਲ ਗਿਆ। ਸਫੈਦ ਕੋਰੇ ਕਾਗਜ਼ ਵੱਲ ਤੁਸਾਂ ਨੇ ਕੋਈ ਧਿਆਨ ਨਹੀਂ ਦਿੱਤਾ। ਕੁਝ ਅਜਿਹਾ ਹੀ ਅਸੀਂ ਆਪਣੀ ਜ਼ਿੰਦਗੀ ਨਾਲ ਵੀ ਕਰਦੇ ਹਾਂ। ਕਾਲੇ ਦਾਗਾਂ ਵਿੱਚ ਇੰਨਾ ਗੁਆਚ ਜਾਂਦੇ ਹਾਂ, ਜ਼ਿੰਦਗੀ ਦੇ ਸਫੈਦ ਸਫ਼ਿਆਂ 'ਤੇ ਸਾਡੀ ਨਜ਼ਰ ਹੀ ਨਹੀਂ ਜਾਂਦੀ। ਇੱਥੇ ਕਾਲੇ ਦਾਗ ਤੋਂ ਭਾਵ ਹੈ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਤਕਲੀਫਾਂ, ਪੀੜ, ਚਿੰਤਾ। ਪਰ ਸਾਡੀ ਜ਼ਿੰਦਗੀ ਵਿੱਚ ਇੰਨਾ ਕੁਝ ਚੰਗਾ ਵੀ ਹੈ ਜਿਸ ਪਾਸੇ ਸਾਡਾ ਕੋਈ ਧਿਆਨ ਹੀ ਨਹੀਂ ਜਾਂਦਾ, ਜਿਵੇਂ ਸਾਡਾ ਪਰਿਵਾਰ, ਸਾਡੇ ਦੋਸਤ, ਛੋਟੀਆਂ-ਛੋਟੀਆਂ ਹੋਰ ਖੁਸ਼ੀਆਂ। ਕਦੇ ਸੋਚਿਆ ਹੈ ਸਾਡੇ ਕੋਲ ਪਰੇਸ਼ਾਨ ਹੋਣ ਦੇ ਤੇ ਦੁਖੀ ਹੋਣ ਦੇ ਕਿੰਨੇ ਕਾਰਨ ਨੇ ਅਤੇ ਖੁਸ਼ ਰਹਿਣ ਲਈ ਕਿੰਨੇ?
ਸ਼ਾਇਦ ਜੇ ਅਸੀਂ ਗਿਣੀਏ ਤਾਂ ਖੁਸ਼ੀ ਦੇ ਕਾਰਨ ਦੁੱਖਾਂ ਦੇ ਕਾਰਨਾਂ ਤੋਂ ਕਈ ਗੁਣਾ ਜ਼ਿਆਦਾ ਹੋਣਗੇ। ਮਤਲਬ ਖੁਸ਼ ਰਹਿਣ ਲਈ ਸਾਡੇ ਕੋਲ ਬਹੁਤ ਕੁਝ ਹੈ, ਬਹੁਤ ਕਾਰਨ ਨੇ ਜਿਨ੍ਹਾਂ ਕਰਕੇ ਅਸੀਂ ਖੁਸ਼ ਰਹਿ ਸਕਦੇ ਹਾਂ। ਦੋਸਤੋ, ਇਸ ਵਿਲੱਖਣ ਜਿਹੇ ਨਜ਼ਰੀਏ ਬਾਰੇ ਜ਼ਰੂਰ ਸੋਚਣਾ। ਕਾਲੇ ਦਾਗਾਂ ਤੋਂ ਨਜ਼ਰ ਹਟਾਓ, ਫਿਰ ਵੇਖਣਾ ਜ਼ਿੰਦਗੀ ਕਿੰਨੀ ਖੁਸ਼ਗਵਾਰ ਹੋਵੇਗੀ। ਤੁਹਾਨੂੰ ਖੁਸ਼ ਰਹਿਣ ਦੇ ਹਜ਼ਾਰਾਂ ਕਾਰਨ ਮਿਲ ਜਾਣਗੇ। ਕਣ ਕਣ ਵਿੱਚ ਗੀਤ ਦੀ ਜੋਤ ਜਗਾਉਂਦਾ ਹੈ, ਕਣ ਕਣ ਵਿੱਚ ਗੀਤ ਦੀ ਜੋਤ ਜਗਾਉਂਦਾ ਹੈ, ਹਵਾ ਦੀ ਤਾਲ ਤੇ ਜਦ ਕੋਈ ਰੁੱਖ ਗਾਉਂਦਾ ਹੈ।